ਹਾਲੇਲੂਇਆ। ਰਸੂਲਾਂ ਦੇ ਕਰਤੱਵ ਉਹਦਾ 4 ਅਧਿਆਏ ਉਹਦੀ 1 ਤੋਂ ਲੈ ਕੇ 1 ਤੱਕ। ਰਸੂਲਾਂ ਦੇ ਕਰਤੱਵ 4 ਅਧਿਆਏ ਉਹਦੀ 1 ਐਡ ਤੋਂ 4 ਦੀ ਲੱਭ ਗਿਆ। ਕਿੰਨੀ ਹੋਈ ਦੀਦੀ? 4 ਅਧਿਆਏ ਦੋ ਨਿਕਾਲ ਲੱਭ ਗਈ। 8 ਯਹੂਨਾ ਲੋਕਾਂ ਨਾਲ ਵਚਨ ਕਰ ਰਹੇ ਹਨ ਤਾਂ ਜਾਜਕ ਹੈਕਲ ਦਾ ਸਰਦਾਰ ਅਤੇ ਸੰਦੂਕੀ ਉਹਨਾਂ ਉੱਤੇ ਚੜ ਆਏ, ਕਿਉਂ ਜੋ ਉਹ ਇਹ ਗੱਲ ਤੋਂ ਚਿੜ ਗਏ ਕਿ ਉਹ ਲੋਕਾਂ ਨੂੰ ਸਿਖਾਉਂਦੇ ਅਤੇ ਯਿਸੂ ਦਾ ਪ੍ਰਨਾਮ ਦੇ ਕੇ ਮੋਇਆ ਦੇ ਜੀ ਉੱਠਣ ਦਾ ਉਪਦੇਸ਼ ਕਰਦੇ ਸਨ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ ਹਾਲੇਲੂਇਆ। ਹੁਣ ਪ੍ਰਚਾਰ ਕਰ ਰਿਹਾ ਸੀ ਪਤਰਸ ਤੇ ਯਹੋਨਾ। ਜਦੋਂ ਪ੍ਰਚਾਰ ਕਰ ਰਹੇ ਸੀ ਉਥੋਂ ਦੇ ਜਿਹੜੇ ਸਰਦਾਰ ਸੀ, ਮਹਾਯਾਜਕ ਹੀ ਜਿਹੜੇ, ਉਥੇ ਖੜੇ ਹੋ ਗਏ ਵੀ ਆ ਦੇਖੋ ਵੀ ਇਹ ਕਿਹਦਾ ਪ੍ਰਚਾਰ ਕਰ ਰਹੇ ਨੇ। ਹਾਲੇਲੂਇਆ ਹਾਲੇਲੂਇਆ। ਉਹ ਆਪਣੇ ਪ੍ਰਭੂ ਯਿਸੂ ਮਸੀਹ ਦਾ ਜਿੰਦਾ ਪਰਮੇਸ਼ਰ ਦਾ ਪ੍ਰਚਾਰ ਕਰ ਰਹੇ ਸੀ। ਹਾਲੇਲੂਇਆ। ਹਾਲੇਲੂਇਆ। ਜੋ ਕਿ ਉਹ ਜਿਹੜੇ ਮਹਾਯਾਜਕ ਸੀ ਉਹਨਾਂ ਨੂੰ ਨਹੀਂ ਪਸੰਦ ਸੀ। ਹਾਲੇਲੂਇਆ ਹਾਲੇਲੂਇਆ। ਹਾਂਜੀ। ਅਤੇ ਉਹਨਾਂ ਦੇ ਹੱਥ ਪਾ ਕੇ 2 ਦਿਨ ਤਿਕੁਰ ਹਲਾਵਤ ਵਿੱਚ ਰੱਖਿਆ ਕਿ ਉਹ ਜੋ ਹੁਣ ਸੱਜ ਪੈ ਗਈ ਸੀ, ਪਰ ਹਾਲੇਲੂਇਆ। ਹਾਲੇਲੂਇਆ। ਉਹਨਾਂ ਨੇ ਫੜਿਆ ਦੋਨਾਂ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ। ਜੇਲ੍ਹ ਦੇ ਵਿੱਚ ਪਾ ਦਿੱਤਾ ਵੀ ਇਹ ਪ੍ਰਚਾਰ ਕਰਕੇ ਸਾਰੀ ਦੁਨੀਆ ਨੂੰ ਖਰਾਬ ਕਰ ਰਹੇ ਨੇ। ਜਿਸਾਂ ਕਿ ਹੁਣ ਆਪਾਂ ਪ੍ਰਚਾਰ ਕਰਦੇ ਆ ਤੇ ਆਪਣੇ ਮਸੀਹ ਪ੍ਰਚਾਰ ਤੋਂ ਬਹੁਤ ਜ਼ਿਆਦਾ ਨੂੰ ਤੰਗੀ ਹੁੰਦੀ ਹੈ, ਜਲਨ ਹੁੰਦੀ ਹੈ ਵੀ ਇਹ ਕਿਉਂ ਕਰਦੇ ਆ। ਹਾਲੇਲੂਇਆ। ਹਾਲੇਲੂਇਆ। ਇਸ ਤਰ੍ਹਾਂ ਹੀ ਉਦੋਂ ਵੀ ਹੁੰਦਾ ਸੀ, ਪਹਿਲਾਂ ਵੀ ਹੁੰਦਾ ਸੀ ਜਦੋਂ ਪ੍ਰਭੂ ਦਾ ਪ੍ਰਚਾਰ ਕਰਦੇ ਸੀ ਤੇ ਉਹਨਾਂ ਨੂੰ ਇਦਾਂ ਹੀ ਤੰਗ ਕੀਤਾ ਜਾਂਦਾ ਹੈ। ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਦਾਸੀਆਂ ਦੇ ਉੱਤੇ ਹਮਲਾ ਹੋ ਰਿਹਾ ਵਾ, ਕਿੰਨੇ ਲੋਕੀ ਮਸੀਹ ਲੋਕਾਂ ਨੂੰ ਮਾਰ ਰਹੇ ਨੇ, ਚਰਚਾਂ 'ਚ ਜਾ ਕੇ ਤੋੜ ਫੋੜ ਕਰ ਰਹੇ ਨੇ, ਲੇਕਿਨ ਪਰਮੇਸ਼ਰ ਦੇ ਵਚਨ ਨੂੰ ਕੋਈ ਵੀ ਰੋਕ ਨਹੀਂ ਸਕਦਾ। ਹਾਲੇਲੂਇਆ। ਹਾਲੇਲੂਇਆ। ਹਾਂਜੀ। ਪਰ ਉਹਨਾਂ ਵਿੱਚੋਂ ਜਿਨ੍ਹਾਂ ਵਚਨ ਸੁਨਿਆ ਸੀ ਬਹੁਤਿਆਂ ਨੇ ਨਿਸ਼ਚਾ ਕੀਤੀ ਅਤੇ ਉਹਨਾਂ ਮਨੁੱਖਾਂ ਦੀ ਗਿਣਤੀ 500,000 ਸੀ। ਹਾਲੇਲੂਇਆ। ਜਿਨ੍ਹਾਂ ਨੇ ਉਹ ਵਚਨ ਸੁਣਿਆ ਸੀ ਉਹਨਾਂ ਨੇ ਬਹੁਤ ਜਾਣਿਆਂ ਨੇ ਉਹਨਾਂ ਦੇ ਉੱਤੇ ਨੀਚਾ ਕਰ ਲਈ ਸੀ। ਆਪਾਂ ਜਿਹਦਾ ਵਿਸ਼ਵਾਸ ਕਰ ਲੈਂਦੇ ਹਾਂ ਵਾਕਈ ਪ੍ਰਭੂ ਇਹ ਤੇਰੇ ਵਚਨ ਦੇ ਵਿੱਚ ਲਿਖਿਆ ਹੋਇਆ ਵਾ, ਆਪਾਂ ਇਹ ਚੀਜ਼ ਨੂੰ ਰਿਸੀਵ ਕਰਦੇ ਹਾਂ। ਹਾਲੇਲੂਇਆ। ਹਾਲੇਲੂਇਆ। ਬਹੁਤ ਜਾਣੇ ਉਥੋਂ ਜਿਹੜੀਆਂ ਜਦੋਂ ਉਹਨਾਂ ਨੇ ਪ੍ਰਚਾਰ ਕੀਤਾ ਸੀ ਤਾਂ 5,100 ਲੋਕ ਉੱਥੇ ਬਚੇ ਸੀ। ਉਹਨਾਂ ਨੇ ਵਿਸ਼ਵਾਸ ਕੀਤਾ ਸੀ, ਆਨੰਦ ਜੀਵਨ ਪਾਇਆ। ਹਾਲੇਲੂਇਆ। ਹਾਲੇਲੂਇਆ। ਹਾਂਜੀ। ਦੂਜੇ ਦਿਨ ਇਹ ਹੋਇਆ ਕਿ ਉਹਨਾਂ ਦੇ ਸਰਦਾਰ ਅਤੇ ਬਜ਼ੁਰਗ ਅਤੇ ਗ੍ਰੰਥੀ ਯਰੂਸ਼ਲਮ ਵਿੱਚ ਇਕੱਠੇ ਹੋਏ ਅਤੇ ਸਰਦਾਰ ਜਾਜਕ ਅਨਾਸ ਉੱਥੇ ਸੀ। ਹਾਲੇਲੂਇਆ। 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 ਦੂਸਰੇ ਦਿਨ ਜਦੋਂ ਫੇਰ ਪ੍ਰਚਾਰ ਕਰਨ ਲੱਗੇ ਉਹ ਸਾਰੇ ਉੱਥੇ ਫੇਰ ਇਕੱਠੇ ਹੋਏ ਸੀ। ਸਾਰੇ ਜਾਜਕ ਸੀ, ਹਰ ਇੱਕ ਵਿਅਕਤੀ ਉੱਥੇ, ਹਰ ਇੱਕ ਮਨੁੱਖ ਉੱਥੇ ਖੜੇ ਸੀ। ਉਹ ਫੇਰ ਤੋਂ ਪ੍ਰਚਾਰ ਕਰ ਰਹੇ ਸੀ। ਹਾਲੇਲੂਇਆ। ਹਾਲੇਲੂਇਆ। ਹਾਂਜੀ। ਨਾਲੇ ਕਿਆਫਾ ਅਤੇ ਯਹੂਨਾ ਦਾ ਸੰਦੀਕ ਅਤੇ ਜਿਨੇ ਸਰਦਾਰ ਜਾਜਕ ਦੇ ਸਾਖ ਨਾਤੇ ਦੇ ਸਨ, ਤਾਂ ਉਹਨਾਂ ਨੂੰ ਵਿਚਾਲੇ ਖੜਾ ਕਰਕੇ ਪੁੱਛਿਆ, ਤੁਸੀਂ ਕਿਹੜੀ ਸ਼ਕਤੀ ਜਾਂ ਕਿਹੜੇ ਨਾਮ ਨਾਲ ਇਹ ਕੀਤਾ ਹੈ? ਹਾਲੇਲੂਇਆ। ਹਾਲੇਲੂਇਆ। ਉਹਨਾਂ ਨੇ ਜਦੋਂ ਪੌਲਸ ਨੂੰ ਤੇ ਉਹਨੂੰ ਖੜਾ ਕਰਕੇ ਪੁੱਛਿਆ ਕਿ ਤੁਸੀਂ ਕਿਹੜੀ ਚੀਜ਼ ਇਹ ਸ਼ਕਤੀਆਂ ਕਿੱਥੋਂ ਲਈਆਂ, ਕਿੱਥੋਂ ਤੁਹਾਡੇ ਕੋਲ ਸ਼ਕਤੀਆਂ ਆਉਂਦੀਆਂ ਵਾ ਜਿਹੜੀਆਂ ਤੁਸੀਂ ਮੁਰਦਿਆਂ ਨੂੰ ਵੀ ਜਿੰਦੇ ਕਰ ਦਿੰਦੇ ਹੋ, ਰੋਗੀਆਂ ਨੂੰ ਤੁਸੀਂ ਚੰਗੇ ਕਰ ਦਿੰਦੇ ਹੋ, ਲੰਗੜਿਆਂ ਨੂੰ ਤੁਸੀਂ ਚਲਾ ਦਿੰਦੇ ਹੋ, ਗੂੰਗੇ ਬੋਲਣ ਲੱਗ ਜਾਂਦੇ। ਕਿਹੜੀ ਸ਼ਕਤੀ ਆ ਤੁਹਾਡੇ ਕੋਲ, ਕਿਹਦਾ ਨਾਮ ਲੈ ਕੇ ਤੁਸੀਂ ਇਹ ਕਰਦੇ ਹੋ? ਹਾਲੇਲੂਇਆ। ਹਾਲੇਲੂਇਆ। ਹਾਂਜੀ। ਤਦ ਪਤਰਸ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹਨਾਂ ਨੂੰ ਆਖਿਆ, ਹੈ ਕੌਮ ਦੇ ਸਰਦਾਰੋ ਅਤੇ ਬਜ਼ੁਰਗੋ, ਜੇ ਅੱਜ ਸਾਤੋਂ ਇਹ ਭਲੇ ਕੰਮ ਦੇ ਵੇਖੇ ਪੁੱਛਦਾ ਹੈ ਜਿਹੜਾ ਇੱਕ ਬਲਹੀਨ ਮਨੁੱਖ ਨਾਲ ਹੋਇਆ ਕਿ ਉਹਨਾਂ ਦੇ ਕੀ ਕੁਝ ਚੰਗਾ ਕੀਤਾ ਗਿਆ। ਹਾਲੇਲੂਇਆ। 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 ਸਾਰੇ ਬਜ਼ੁਰਗ ਵੀ ਸਾਰੇ ਵਿਅਕਤੀ ਦੇ ਨਾਲ ਫਿਰ ਪਤਰਸ ਨੇ ਜਵਾਬ ਦਿੱਤਾ, ਆਪਣੀ ਪੂਰੀ ਪਵਿੱਤਰਤਾ ਚ ਜਦੋਂ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰਿਆ ਉਹ ਭਰ ਕੇ ਉਹਨੇ ਜਵਾਬ ਦਿੱਤਾ, ਇਹ ਜ਼ਿੰਦਾ ਖੁਦਾ ਆ, ਇਹ ਜ਼ਿੰਦਾ ਖੁਦਾ ਦੀ ਸ਼ਕਤੀ ਆ। ਹਾਲੇਲੂਇਆ। ਹਾਲੇਲੂਇਆ। ਹਾਂਜੀ। ਤਾਂ ਤੁਸੀਂ ਸਭਨਾਂ ਨੂੰ ਇਜ਼ਰਾਈਲ ਦੀਆਂ ਸਾਰਿਆਂ ਲੋਕਾਂ ਨੂੰ ਮਾਲੂਮ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਹਨੂੰ ਤੁਸੀਂ ਸਲੀਬ ਉੱਤੇ ਚੜਾਇਆ ਅਤੇ ਜਿਸ ਨੂੰ ਪਰਮੇਸ਼ਵਰ ਨੇ ਮੁਰਦਿਆਂ ਵਿੱਚੋਂ ਜਿਵਾਉਂਦਾ, ਉਸੇ ਤਰ੍ਹਾਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ
ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕਹਿੰਦੇ ਜਿਸ ਤਰ੍ਹਾਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਉੱਤੇ ਚੜਾਇਆ ਸੀ, ਉਹ ਫਿਰ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਜਿੱਦਾਂ ਉਹ ਜੀ ਉੱਠਿਆ ਨਾ, ਇਹ ਵੀ ਮੁਰਦਾ ਤਾਈਓ ਜੀ ਉੱਠਿਆ, ਕਿਉਂਕਿ ਉਹਨੇ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕੀਤਾ, ਈਮਾਨ ਲਿਆਂਦਾ ਪਰਮੇਸ਼ਰ ਦੇ ਉੱਤੇ ਕਿ ਉਹ ਇੱਕ ਜਿੰਦਾ ਖੁਦਾ ਹੈ। ਪਰਮੇਸ਼ਰ ਚਾਹੇ ਤਾਂ ਕੀ ਨਹੀਂ ਹੋ ਸਕਦਾ, ਜੇ ਇਨਸਾਨ ਚਾਹੇ ਤਾਂ ਇਨਸਾਨ ਵੀ ਸਭ ਕੁਝ ਕਰ ਸਕਦਾ, ਉਹ ਵੀ ਪਰਮੇਸ਼ਰ ਦੇ ਥਰੂ, ਜੇ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰ ਸਕਦਾ। ਹਾਲੇਲੂਇਆ 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 ਹਾਲੇਲੂਇਆ। ਹਾਂਜੀ। ਇਹ ਉਹ ਪੱਥਰ ਹੈ ਜਿਹੜਾ ਖੂਜੇ ਦਾ ਸਿਰਾ ਹੋ ਗਿਆ ਅਤੇ ਕਿਸੇ ਦੂਜੇ ਤੋਂ ਮੁਕਤੀ ਨਹੀਂ, ਕਿਉਂ ਜੋ ਆਕਾਸ਼ ਦੇ ਹੇਠਾਂ ਪਰ ਪਰਮੇਸ਼ਰ ਉਹੀ ਜ਼ਿੰਦਾ ਖੁਦਾ ਵਾ ਜਿਨ੍ਹਾਂ ਨੇ ਸਲੀਬ ਉੱਤੇ ਜਾਨ ਦਿੱਤੀ ਤੇ ਤੀਸਰੇ ਦਿਨ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ। ਹਾਲੇਲੂਇਆ 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 ਹਾਲੇਲੂਇਆ। ਹਾਂਜੀ। ਜਿਸ ਤੋਂ ਅਸੀਂ ਬਚਾਏ ਜਾਣਾ ਹੈ, ਤਾਂ ਜਾਂ ਉਹਨਾਂ ਨੇ ਪਤਰਸ ਅਤੇ ਯਹੂਨਾ ਦੀ ਦਲੇਰੀ ਵੇਖੀ ਅਤੇ ਜਾਣਿਆ ਕਿ ਉਹ ਵਿਦਾਵਨ ਨਹੀਂ ਸਗੋਂ ਆਮ ਵਿੱਚੋਂ ਹਨ, ਤਾਂ ਅਚਰਜ ਮੰਨਿਆ, ਫਿਰ ਉਹਨਾਂ ਨੂੰ ਬਚਾਇਆ ਕਿ ਉਹ ਯਿਸੂ ਦੇ ਨਾਲ ਰਹੇ ਹਨ। ਹਾਲੇਲੂਇਆ ਹਾਲੇਲੂਇਆ। ਉਹ ਹੈਰਾਨ ਹੁੰਦੇ ਸੀ ਵੀ ਇਹ ਤੇ ਆਮ ਆਦਮੀ ਗਏ ਤੇ ਇਹਨਾਂ ਕੋਈ ਇੰਨੀਆਂ ਸ਼ਕਤੀਆਂ ਕਿੱਥੋਂ ਆ ਗਈਆਂ। ਫਿਰ ਉਹਨਾਂ ਨੇ ਪ੍ਰਚਾਰ ਕੀਤਾ ਵੀ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਰਹਿੰਦੇ ਸੀ, ਅਸੀਂ ਉਹਦੇ ਚੇਲੇ ਆ। ਹਾਲੇਲੂਇਆ। ਅਸੀਂ ਉਹਨਾਂ ਦੇ ਨਾਲ ਖੜਾ ਵੇਖ ਕੇ ਇਹ ਦੇ ਵਿਰੁੱਧ ਕੁਝ ਨਾ ਕਿਹਾ। ਕਹਿੰਦੇ ਉਹ ਜਿਹੜਾ ਮਨੁੱਖ ਚੰਗਾ ਆ ਸੀ, ਜਦੋਂ ਉਹ ਪਤਰਸ ਤੇ ਯਹੂਨਾ ਨਾਲ ਖੜਾ ਸੀ ਤੇ ਉਹਨੂੰ ਵੀ ਫਿਰ ਉਹਨਾਂ ਨੇ ਕੁਝ ਨਹੀਂ ਕਿਹਾ, ਉਹਨਾਂ ਨੇ ਕਿਹਾ ਜਾਓ ਹੁਣ ਤੁਸੀਂ। ਹਾਲੇਲੂਇਆ ਹਾਲੇਲੂਇਆ। ਪਰ ਉਹਨਾਂ ਨੂੰ ਸਭਾ ਤੋਂ ਬਾਹਰ ਜਾ ਕੇ ਹੁਕਮ ਦੇ ਕੇ ਆਪਸ ਵਿੱਚ ਮੱਤਾ ਪਕਾਉਣ ਲੱਗੇ ਅਤੇ ਕਿਹਾ ਕਿ ਅਸੀਂ ਇਹਨਾਂ ਮਨੁੱਖਾਂ ਨਾਲ ਕੀ ਕਰੀਏ, ਕਿਉਂਕਿ ਇਹ ਜੋ ਉਹਨਾਂ ਤੋਂ ਇੱਕ ਪਤਕ ਨਿਸ਼ਾਨ ਹੋਇਆ ਯਰੂਸ਼ਲਮ ਦੇ ਸਾਰੇ ਰਹਿਣ ਵਾਲਿਆਂ ਉੱਤੇ ਪ੍ਰਗਟ ਹੈ। ਹਾਲੇਲੂਇਆ। ਹਾਲੇਲੂਇਆ। ਕਹਿੰਦੇ ਹੁਣ ਇਹਨਾਂ ਦਾ ਆਪਾਂ ਕੀ ਕਰੀਏ, ਇਹਨਾਂ ਦੇ ਉੱਤੇ ਤੇ ਸੱਚੀ ਗੱਲ ਹੈ ਪ੍ਰਭੂ ਯਿਸੂ ਮਸੀਹ ਦਾ ਆਤਮਾ ਪ੍ਰਗਟ ਹੋਇਆ ਕਿ ਹੁਣ ਆਪਾਂ ਇਹਨਾਂ ਨੂੰ ਕੀ ਕਰੀਏ। ਹਾਲੇਲੂਇਆ 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 ਹਾਲੇਲੂਇਆ। ਹਾਂਜੀ। ਅਤੇ ਅਸੀਂ ਇਸ ਤੋਂ ਮੁੱਕਰ ਨਹੀਂ ਸਕਦੇ, ਪਰ ਇਹ ਲਈ ਜੋ ਲੋਕਾਂ ਵਿੱਚੋਂ ਹੋਰ ਕੋਈ ਖਿੱਚ ਜਾਵੇ, ਅਸੀਂ ਉਹਨਾਂ ਨੂੰ ਦਬਕਾਈਏ ਜੋ ਉਹ ਇਸ ਨਾਮ ਦਾ ਫਿਰ ਕਿਉਂ ਮਨੁੱਖ ਦਾ ਚਰਚਾ ਨਾ ਕਰਨ। ਕਹਿੰਦੇ ਹੁਣ ਆਪਾਂ ਕਿੱਦਾਂ ਇਹਨੂੰ ਦਬਾਈਏ ਕਿ ਇਹ ਨਾਮ ਦਾ ਕੋਈ ਵੀ ਪ੍ਰਚਾਰ ਨਾ ਹੋਵੇ। ਹਾਲੇਲੂਇਆ। ਹਾਲੇਲੂਇਆ। ਅੱਜ ਵੀ ਲੋਕੀ ਏਦਾਂ ਹੀ ਰੋਕਦੇ ਪਏ ਆ, ਅੱਜ ਵੀ ਕਹਿੰਦੇ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਨਾ ਹੋਵੇ। ਨਾ ਹੋਵੇ। ਉਹ ਮਸੀਹ ਲੋਕਾਂ ਨੂੰ ਪਸੰਦ ਹੀ ਨਹੀਂ ਕਰਦਾ। ਹਾਲੇਲੂਇਆ ਹਾਲੇਲੂਇਆ। ਹਾਂਜੀ। ਤਦ ਉਹਨਾਂ ਨੇ ਸੱਦ ਕੇ ਤੰਗੀ ਕੀਤਾ ਕਿ ਕਦੇ ਯਿਸੂ ਦੇ ਨਾਮ ਉੱਤੇ ਨਾ ਬੋਲਣ, ਨਾ ਸਿੱਖਿਆ ਦੇਣੀ। ਕਹਿੰਦੇ ਕਿ ਉਹਨਾਂ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਵੀ ਯਿਸੂ ਦੇ ਨਾਂ ਦਾ ਉਹ ਪ੍ਰਚਾਰ ਨਾ ਕਰਨ ਤੇ ਨਾ ਹੀ ਸਿੱਖਿਆ ਦੇਣ। ਤੇ ਹੁਣ ਵੀ ਬਹੁਤ ਸਮਾਂ ਆ ਰਿਹਾ ਵਾ ਕਿ ਜਿਹੜੀ ਰੋਕ ਕਰ ਰਹੇ ਨੇ ਕਿ ਮਸੀਹ ਦਾ ਪ੍ਰਚਾਰ ਨਾ ਹੋਵੇ। ਲੇਕਿਨ ਪਰਮੇਸ਼ਰ ਦੇ ਵਚਨ 'ਚ ਲਿਖਿਆ ਅੰਤ ਦੇ ਸਮੇਂ ਦੇ ਵਿੱਚ ਇਹ ਕੁਛ ਹੋਣਾ ਹੀ ਹੋਣਾ ਵਾ ਤੇ ਤੁਸੀਂ ਤਿਆਰ ਹੋ ਤੇ ਤੁਸੀਂ ਬਚੋਗੇ ਕਿੱਦਾਂ, ਜੇ ਤੁਹਾਡੇ ਅੰਦਰ ਵਚਨ ਹੋਵੇਗਾ ਤੇ ਵਚਨ ਦੇ ਥਰੂ ਹੀ ਤੁਸੀਂ ਬਚ ਸਕਦੇ ਹੋ, ਉਸਾ ਕੋਈ ਵੀ ਬਚਾ ਨਹੀਂ ਸਕਦਾ ਤੁਹਾਨੂੰ। ਹਾਲੇਲੂਇਆ ਹਾਲੇਲੂਇਆ। ਹਾਂਜੀ। ਪਰ ਪਤਰਸ ਅਤੇ ਯਹੂਨਾ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਪਰਮੇਸ਼ਵਰ ਦੇ ਅੱਗੇ ਇਹ ਯੋਗ ਹੈ ਜੋ ਅਸੀਂ ਪਰਮੇਸ਼ਵਰ ਨਾਲ ਤੁਹਾਡੀ ਬਹੁਤੀ ਸੁਣੀਏ, ਤੁਸੀਂ ਆਪ ਹੀ ਫੈਸਲਾ ਕਰੋ, ਕਿਉਂਕਿ ਇਹ ਸਾਥੋਂ ਹੋ ਨਹੀਂ ਸਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਉਹਨਾਂ ਨਾ ਆਖੀਏ। ਤਦ ਯਿਸੂ ਨੇ ਉਹਨਾਂ ਨੂੰ ਹੋਰ ਦਬਕਾ ਕੇ ਛੱਡ ਦਿੱਤਾ, ਕਿਉਂਕਿ ਲੋਕਾਂ ਦੇ ਕਾਰਨ ਉਹਨਾਂ ਉੱਤੇ ਦਮ ਲਾਉਣ ਦਾ ਕੋਈ ਰਾਹ ਨਾ ਵੇਖਿਆ। ਹਾਲੇਲੂਇਆ। ਹਾਲੇਲੂਇਆ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਇਹਨਾਂ ਦੇ ਉੱਤੇ ਆਪਾਂ ਕੋਈ ਜੁਰਮ ਲਾਈਏ ਜਾਂ ਇਹਨਾਂ ਦੇ ਉੱਤੇ ਕੋਈ ਡੰਡ ਲਾਈਏ, ਵੀ ਫਿਰ ਵੀ ਉਹਨਾਂ ਦੇ ਵਿੱਚ ਕੋਈ ਵੀ ਉਹਨਾਂ ਨੇ ਉਹੋ ਜਿਹਾ ਜੁਰਮ ਦੇਖਿਆ ਹੀ ਨਹੀਂ, ਜਿੱਦਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਕੋਈ ਵੀ ਜੁਰਮ ਨਹੀਂ ਸੀ। ਹਾਲੇਲੂਇਆ ਹਾਲੇਲੂਇਆ। ਹਾਂਜੀ। ਇਹ ਲਈ ਕਿ ਜੋ ਹੋਇਆ ਸੀ ਉਹਨਾਂ ਦੇ ਕਾਰਨ ਸਭ ਲੋਕ ਪਰਮੇਸ਼ਵਰ ਦੀ ਵਡਿਆਈ ਕਰਦੇ ਰਹੇ। ਜਿਨ੍ਹਾਂ ਨੇ ਜਿਹੜੇ ਲੋਕਾਂ ਨੇ ਉਹ ਚੀਜ਼ਾਂ ਦੇਖੀਆਂ, ਜਿਹੜੇ ਚਮਤਕਾਰ ਦੇਖੇ, ਉਹ ਫਿਰ ਲੋਕੀ ਜਿਹੜੇ ਹੀ ਉਹਨਾਂ ਦਾ ਵਡਿਆਈ ਕਰਨ ਲੱਗੇ ਵੀ ਇਹ ਸੱਚਾ ਖੁਦਾ ਵਾ, ਸੱਚਾ ਖੁਦਾ। ਇਹ ਮੁਰਦਿਆਂ ਨੂੰ ਵੀ ਜਿੰਦੇ ਕਰ ਦਿੰਦਾ ਹੈ। ਹਾਲੇਲੂਇਆ ਹਾਲੇਲੂਇਆ। ਜਿਸ ਤਰ੍ਹਾਂ ਕਿ ਹੁਣ ਪਰਮੇਸ਼ਰ ਦੇ ਚਮਤਕਾਰ ਦੇਖਦੇ ਆ, ਫਿਰ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਦੇ ਆ ਕਿ ਸੱਚੀ ਖੁਦਾ ਹੈਗਾ, ਇਹਨਾਂ ਨੂੰ ਸੁਣਦੇ ਆ। ਪਰਮੇਸ਼ਰ ਸਾਡਾ ਜ਼ਿੰਦਾ ਖੁਦਾ ਹੈ ਤੇ ਜ਼ਿੰਦਾ ਲੋਕਾਂ ਦੇ ਵਿੱਚ ਕੰਮ ਕਰਦਾ ਹੈ। ਹਾਲੇਲੂਇਆ ਹਾਲੇਲੂਇਆ। ਹਾਂਜੀ। ਕਿਉਂਕਿ ਜੋ ਉਹ ਮਨੁੱਖ ਜਿਸ ਦੇ ਉੱਤੇ ਇਹ ਚੰਗਾ ਹੋਣ ਦਾ ਨਿਸ਼ਾਨ ਕੀਤਾ ਗਿਆ 40 ਵਰਿਆਂ ਦਾ ਉੱਤੇ ਦਾ ਸੀ। ਹਾਲੇਲੂਇਆ। ਜਿਹਦੇ ਉੱਤੇ ਉਹ ਚਮਤਕਾਰ ਹੋਇਆ ਉਹ 40 ਵਰਿਆਂ ਦਾ ਸੀ, ਜਿਹਦੇ ਉੱਤੇ
ਪਤਰਸ ਨੇ ਤੇ ਯਹੋਨਾ ਨੇ ਚਮਤਕਾਰ ਕੀਤਾ ਸੀ। ਹਾਲੇਲੂਇਆ। ਆਗੋ ਤਈ ਤਦ ਉਹ ਛੁੱਟ ਕੇ ਆਪਣੇ ਸਾਥੀਆਂ ਕੋਲ ਆਏ ਅਤੇ ਕੁਝ ਪ੍ਰਧਾਨ ਜਾਜਕ ਅਤੇ ਬਜ਼ੁਰਗਾਂ ਨੇ ਉਹਨਾਂ ਨੂੰ ਆਖਿਆ ਕਿ ਸੁਣੋ। ਜਦ ਉਹਨਾਂ ਨੇ ਉਹ ਸੁਣਿਆ ਤਦ ਕਿ ਇੱਕ ਹੋ ਕੇ ਉੱਚੀ ਆਵਾਜ਼ ਨਾਲ ਪਰਮੇਸ਼ਰ ਨੂੰ ਆਖਿਆ, ਹੈ ਮਾਲਕ, ਤੂੰ ਆਕਾਸ਼ ਤੇ ਧਰਤੀ ਅਤੇ ਸਮੁੰਦਰ ਦੇ ਸਭਨਾ ਕੁਝ ਉਹਨਾਂ ਦੇ ਵਿੱਚ ਹੈ ਰਚਿਆ। ਹਾਲੇਲੂਇਆ। ਹਾਲੇਲੂਇਆ। ਤੇ ਜਦੋਂ ਉਹ ਇਕੱਠੇ ਹੋਏ ਸਾਰੇ ਜਾਜਕ ਮਹਾਜਾਜਕ ਬਜ਼ੁਰਗ ਸਭ ਇਕੱਠੇ ਹੋਏ ਤੇ ਫਿਰ ਉਹਨੇ ਇੱਕ ਮਨ ਹੋ ਕੇ ਪ੍ਰਾਰਥਨਾ ਕੀਤੀ ਕਿ ਤੂੰ ਧਰਤੀ ਮਾਲਕ ਸਮੁੰਦਰ ਦਾ ਹਰ ਇੱਕ ਮਾਲਕ ਤੂੰ ਹੈ ਪ੍ਰਭੂ, ਤੂੰ ਸਾਡੀ ਸੁਣ, ਕਿਉਂਕਿ ਤੂੰ ਸਾਡੀ ਸੁਣਦਾ ਹੈ ਪਰਮੇਸ਼ਰ। ਜਦੋਂ ਅਸੀਂ ਪਰਮੇਸ਼ਰ ਦੇ ਅੱਗੇ ਘੁਟਨੇ ਟੇਕਦੇ ਹਾਂ, ਪਰਮੇਸ਼ਰ ਕੋਲ ਮੰਗਦੇ ਹਾਂ ਤਾਂ ਪਰਮੇਸ਼ਰ ਸਾਨੂੰ ਦਿੰਦਾ। ਹਾਲੇਲੂਇਆ। ਹਾਲੇਲੂਇਆ। ਹਾਂਜੀ। ਤੂੰ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਵਡੇਰੇ ਆਪਣੇ ਬੰਦੇ ਦਾਊਦ ਦੀ ਜ਼ਬਾਨੀ ਆਖੇ ਕੋਮਾਕਾਰ ਨੂੰ ਡੰਡ ਪਾਇਆ ਹੈ ਅਤੇ ਉਮਤਾਂ ਵਿੱਚੋਂ ਵਿਅਰਥ ਸੋਚਾਂ ਕਿਉਂ ਕੀਤੀਆਂ ਹਨ। ਧਰਤੀ ਦੇ ਰਾਜੇ ਉੱਠ ਖੜੇ ਹੋਏ ਅਤੇ ਹਾਕਮ ਇਕੱਠੇ ਹੋਏ ਪ੍ਰਭੂ ਅਤੇ ਉਹਨਾਂ ਦੇ ਮਸੀਹ ਦੇ ਵਿਰੁੱਧ, ਕਿਉਂ ਜੋ ਸੱਚੀ ਮੁੱਚੀ ਇਸੇ ਸ਼ਹਿਰ ਵਿੱਚ ਤੇਰੇ ਪਵਿੱਤਰ ਸੇਵਕ ਯਿਸੂ ਦੇ ਵਿਰੁੱਧ, ਜਿਸ ਨੂੰ ਤੂੰ ਮਸਕ ਕੀਤਾ, ਹੈਰੋਦੇਸ ਤੇ ਪਿਲਾਤੁਸ ਪਰਾਈਆਂ ਕੌਮਾਂ ਅਤੇ ਇਜ਼ਰਾਈਲ ਦੇ ਲੋਕਾਂ ਸੜੇ ਇਕੱਠੇ ਹੋਏ। ਹਾਲੇਲੂਇਆ। 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 ਕਿੰਨੇ ਰਾਜੇ ਉਦੋਂ ਵੀ ਖੜੇ ਹੋਏ ਸੀ, ਜਿਹੜੇ ਹੈਰੋਦੇਸ ਸੀ ਤੇ ਪਿਲਾਤੁਸ ਸੀ, ਉਹ ਵੀ ਤੇ ਪਰਮੇਸ਼ਰ ਦੇ ਖਿਲਾਫ ਖੜੇ ਹੋਏ ਸੀ। ਕਿੰਨੇ ਰਾਜੇ। ਕਿੰਨੇ ਰਾਜੇ। ਅੱਜ ਵੀ ਪ੍ਰਚਾਰ ਹੋ ਰਿਹਾ, ਅੱਜ ਵੀ ਲੋਕੀ ਕਹਿ ਰਹੇ ਆ ਕਿ ਉਹ ਮਸੀਹ ਲੋਕਾਂ ਨੂੰ ਰੋਕੋ, ਕਿ ਉਹ ਪ੍ਰਚਾਰ ਕਰਨ ਤੋਂ ਉਹਨਾਂ ਨੂੰ ਰੋਕੋ, ਲੇਕਿਨ ਪਰਮੇਸ਼ਰ ਦਾ ਪ੍ਰਚਾਰ ਕਦੀ ਵੀ ਰੁਕ ਨਹੀਂ ਸਕਦਾ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦਾ ਸਮਾਂ ਵਾ ਆਉਣ ਦਾ, ਲੇਕਿਨ ਆਪਾਂ ਸਾਨੂੰ ਤਿਆਰ ਹੋਣ ਦੇ ਹੋਣਾ ਵਾ ਕਿ ਆਪਾਂ ਵਚਨਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਏ, ਲੇਕਿਨ ਆਪਾਂ ਅੱਜ ਵਚਨਾਂ ਦੇ ਵਿੱਚ ਆਪਾਂ ਵੱਧ ਨਹੀਂ ਰਹੇ। ਸਿਰਫ ਆਪਾਂ ਇਹੀ ਚਾਹੁੰਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋ ਜੇ ਤੇ ਬਸ ਠੀਕ ਆ, ਕਿ ਕੋਈ ਸਾਨੂੰ ਗੱਲਾਂ ਨਾ ਕਰੇ, ਬਸ ਆਪਾਂ ਚਮਤਕਾਰ ਕਰਵਾ ਕੇ ਤੇ ਆਪਣੇ ਘਰ ਬਹਿ ਜਾਈਏ। ਹੁਣ ਕਈ ਲੋਕ ਨੇ ਆਂਦੇ ਜ਼ਰੂਰ ਆ, ਪਰ ਆਪਣਾ ਜਦੋਂ ਉਹਨਾਂ ਦਾ ਕੰਮ ਨਿਕਲ ਜਾਂਦਾ ਵਾ ਉਸ ਤੋਂ ਬਾਅਦ ਉਹ ਚਰਚ 'ਚ ਨਹੀਂ ਆਉਂਦੇ। ਸਹੀ ਗੱਲ ਹੈ। ਬਹੁਤ ਜ਼ਿਆਦਾ ਲੋਕ ਪ੍ਰਾਰਥਨਾ ਵੀ ਕਰਵਾਉਂਦੇ ਆ, ਪ੍ਰਭੂ ਦੇ ਨਾਮ ਦੀ ਪ੍ਰਾਰਥਨਾ ਵੀ ਕਰਵਾਉਂਦੇ ਆ, ਲੇਕਿਨ ਉਹ ਫਿਰ ਪਿੱਛੇ ਹਟ ਜਾਂਦੇ ਆ, ਫਿਰ ਮੁਸ਼ਕਲ ਤੋਂ ਫਿਰ ਵਾਪਸ ਆਉਂਦੇ ਆ, ਫਿਰ ਕਹਿੰਦੇ ਪਾਸਟਰ ਜੀ ਸਾਨੂੰ ਆ ਮੁਸ਼ਕਲ ਆ ਗਈ ਹੈ। ਸਹੀ ਗੱਲ। ਦੇਖੋ, ਇੱਕ ਖੁਦਾ ਉੱਤੇ ਨਹੀਂ ਵਿਸ਼ਵਾਸ ਕਰਨਗੇ ਤੇ ਫਿਰ ਕਿਹਦੇ ਉੱਤੇ ਕਰਨਗੇ? ਇੱਕ ਮਨੁੱਖ ਦੇ ਉੱਤੇ ਨਹੀਂ ਕਹਿੰਦੇ ਤੁਸੀਂ ਵਿਸ਼ਵਾਸ ਕਰਦੇ, ਤੁਸੀਂ ਤਾਂ ਕਦੀ ਪ੍ਰਭੂ ਯਿਸੂ ਮਸੀਹ ਨੂੰ ਦੇਖਿਆ ਨਹੀਂ, ਤਾਂ ਉਹਦੇ ਉੱਤੇ ਤੁਸੀਂ ਕਿੱਦਾਂ ਕਰੋਗੇ? ਹਾਲੇਲੂਇਆ। ਹਾਲੇਲੂਇਆ। ਦੇਖੋ, ਪਰਮੇਸ਼ਰ ਸਾਡਾ ਇੰਨਾ ਮਹਾਨ ਪਰਮੇਸ਼ਰ ਆ, ਉਹ ਸਾਨੂੰ ਇੰਨੀਆਂ ਵਧੀਆ ਦਾਤਾਂ ਦੇਣ ਵਾਲਾ ਪਰਮੇਸ਼ਰ ਆ, ਲੇਕਿਨ ਆਪਾਂ ਲੈਣ ਦੇ ਯੋਗ ਹੈਗੇ ਆ? ਆਪਾਂ ਉਹਦੀ ਸਿੱਖਿਆ ਤੇ ਚੱਲਦੇ ਆ? ਕਦੀ ਵੀ ਨਹੀਂ। ਅਸੀਂ ਕਹਿੰਦੇ ਨਹੀਂ, ਉਹ ਹੁਣ ਪ੍ਰਾਰਥਨਾ ਵਾਸਤੇ ਉੱਠੀਏ ਕਿੱਦਾਂ? ਪ੍ਰਾਰਥਨਾ ਤਾਂ ਸਾਡੇ ਕੋਲ ਹੁੰਦੀ ਹੀ ਨਹੀਂ ਆ, ਲੇਕਿਨ ਪਰਮੇਸ਼ਰ ਵਾਸਤੇ ਟਾਈਮ ਕੱਢੋਗੇ ਤੇ ਪਰਮੇਸ਼ਰ ਵੀ ਤੁਹਾਡੇ ਵਾਸਤੇ ਟਾਈਮ ਕੱਢੇਗਾ। ਜੇ ਤੁਸੀਂ ਇੱਕ ਕਦਮ बढ़ाओगे ਉਹ ਦੋ ਕਦਮ बढ़ाएगा। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਉਹਦੇ ਵਾਸਤੇ ਕੋਈ ਵੀ ਚੀਜ਼ ਐਸੀ ਨਹੀਂ ਹੈ ਕਿ ਉਹ ਬੰਧਨ ਤੋੜ ਨਾ ਸਕੇ। ਉਹ ਤੇ ਸਾਨੂੰ ਬਣਾਉਣ ਵਾਲਾ ਪਰਮੇਸ਼ਰ ਹੈ, ਉਹਨੂੰ ਵੀ ਪਤਾ ਵਾ ਸਾਡੇ ਵਿੱਚ ਕੀ ਖੂਬੀ ਆ ਤੇ ਕਿਹੜੀ ਨਹੀਂ ਖੂਬੀ। ਪਰਮੇਸ਼ਰ ਸਭ ਕੁਝ ਜਾਣਦਾ ਵਾ। ਸਾਨੂੰ ਪਰਮੇਸ਼ਰ ਨੇ ਚੁਣਿਆ ਇਸ ਕਰਕੇ ਆ ਕਿ ਤੁਸੀਂ ਸੁਭ ਸਮਾਚਾਰ ਕਰੋ ਤੇ ਜਿਹੜੇ ਲੋਕ ਨਾਸ਼ ਹੋ ਰਹੇ ਨੇ ਤਾਂ ਉਹਨਾਂ ਦੇ ਕੋਲ ਵੀ ਸੁਭ ਸਮਾਚਾਰ ਪਹੁੰਚਾਓ, ਲੇਕਿਨ ਸਾਨੂੰ ਆਪਣੇ ਆਪਣੇ ਕੰਮਾਂ ਤੋਂ ਟਾਈਮ ਹੀ ਨਹੀਂ ਮਿਲਦਾ। ਪਰਮੇਸ਼ਰ ਦੇ ਵਚਨ 'ਚ ਲਿਖਿਆ, ਅੰਤ ਦੇ ਸਮੇਂ ਦੇ ਵਿੱਚ ਛਿਆਹਠ ਦੀ ਮੋਹਰ ਬਾਰੇ ਕੌਣ ਜਾਣਦਾ? ਕੋਈ ਜਾਣਦਾ? ਸਿਸਟਰ ਤੁਸੀਂ ਜਾਣਦੇ ਕਿ ਅੰਤ ਦੇ ਸਮੇਂ ਦੇ ਵਿੱਚ ਉਹ ਜਿਹੜੀ ਸ਼ੈਤਾਨ ਦੀ ਮੋਹਰ ਲੱਗੇਗੀ, ਨਾ ਕੋਈ ਲੈਣ ਦੇਣ ਕਰ ਸਕੇਗਾ। ਜਿੰਨੇ ਦੇਰ ਉਹ ਮੋਹਰ ਨਹੀਂ ਲੱਗੇਗੀ ਉਨੀ ਦੇਰ ਕੋਈ ਰਾਸ਼ਨ ਨਹੀਂ ਲੈ ਸਕੇਗਾ, ਕੋਈ ਬਾਹਰ ਨਹੀਂ ਜਾ ਸਕੇਗਾ, ਕੁਝ ਵੀ ਨਹੀਂ ਕਰ ਸਕੇਗਾ ਜਿੰਨ ਤੱਕ ਉਹ ਨਹੀਂ ਲੱਗੇਗੀ। ਕੋਈ ਲੈਣ ਦੇਣ ਨਹੀਂ ਕਰ ਸਕੇਗਾ। ਲੇਕਿਨ ਸਾਡਾ ਸਵਰਗੀ ਪਿਤਾ ਪਰਮੇਸ਼ਰ ਦੇ ਵਚਨ 'ਚ ਲਿਖਿਆ, ਉਹ ਆਕਾਸ਼ ਤੇ ਪੰਛੀ ਦੇਖੋ ਜੋ ਨਾ ਕਾਟਤੇ ਨਾ ਬੋਤੇ, ਕੁਛ ਕਰਦੇ ਆ ਫਿਰ ਵੀ ਪਰਮੇਸ਼ਰ ਉਹਨਾਂ ਦਾ ਇੰਤਜ਼ਾਮ ਕਰਦਾ। ਤੇ ਫਿਰ ਅਸੀਂ ਤੇ ਉਹਨਾਂ ਤੋਂ ਵੱਧ ਕੇ ਆ। ਪ੍ਰਭੂ ਨੇ ਆਪਣੇ ਸਰੂਪ ਤੇ ਸਾਨੂੰ ਬਣਾਇਆ, ਆਪਣੀ ਸਾਂਸ ਜਿਹੜੀ ਸਾਡੇ ਵਿੱਚ ਪਾਈ ਹੈ, ਤੇ ਅੱਜ ਸਾਡੇ ਵਿੱਚ ਸਾਂਸ ਨਹੀਂ ਹੋਊਗੀ ਤੇ ਫਿਰ ਇਹ ਸਰੀਰ ਕੀ ਰਹਿ ਜਾਏਗਾ? ਮਿੱਟੀ ਹੈ। ਹਾਲੇਲੂਇਆ। ਤੇ ਜੇ ਉਹ ਫਿਰ ਪਕਸ਼ੀਆਂ ਦਾ ਖਿਆਲ ਰੱਖ ਸਕਦਾ ਅਸੀਂ ਤੇ ਉਹਦੇ ਧੀਆਂ ਤੇ ਪੁੱਤਰ ਆ, ਕੀ ਸਾਡਾ ਉਹ ਖਿਆਲ ਨਹੀਂ ਕਰੇਗਾ?
ਸਭ ਕੁਝ ਕਰੇਗਾ। ਪਰ ਆਪਾਂ ਜਦੋਂ ਜਰਾ ਕਿ ਸਾਡੇ ਉੱਤੇ ਦੁੱਖ ਆਉਂਦਾ ਤੇ ਆਪਾਂ ਡੋਲ ਜਾਂਦੇ ਹਾਂ ਕਿ ਪ੍ਰਭੂ ਪਤਾ ਨਹੀਂ ਆ ਕਿਉਂ ਆ ਗਿਆ ਵਾ। ਦੇਖੋ ਹਰ ਇੱਕ ਦਾਸ ਉੱਤੇ ਪ੍ਰਭੂ ਉੱਤੇ ਇੰਨਾ ਉਹਨਾਂ ਨੇ ਦੁੱਖ ਦਿੱਤਾ ਹੈ, ਪ੍ਰਭੂ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਵੀ ਕਿਉਂਕਿ ਉਹਨਾਂ ਨੂੰ ਆਪਣੇ ਪਿਤਾ ਉੱਤੇ ਵਿਸ਼ਵਾਸ ਸੀ। ਤੇ ਸਾਨੂੰ ਕਿਹਦੇ ਉੱਤੇ ਹੋਣਾ ਚਾਹੀਦਾ? ਸਾਨੂੰ ਵੀ ਆਪਣੇ ਪਿਤਾ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਵਾ ਕਿ ਸਾਡਾ ਪਿਤਾ ਸਾਨੂੰ ਬਚਾਵੇਗਾ, ਹਰ ਇੱਕ ਖਤਰੇ ਤੋਂ ਕੱਢੇਗਾ। ਦੁੱਖ ਆਉਂਦਾ ਜ਼ਰੂਰ ਆ, ਲੇਕਿਨ ਉਹਦੇ ਵਿੱਚ ਵੀ ਸਾਡੀ ਕੋਈ ਬਲੈਸਿੰਗ ਹੁੰਦੀ ਆ, ਬੜੋਤਰੀ ਹੁੰਦੀ ਆ ਸਾਡੀ। ਅਸੀਂ ਪਰਮੇਸ਼ਰ ਨੂੰ ਮਿੰਟੋ ਮਿੰਟੀ ਖੋਸ ਦਿੰਦੇ ਆ, ਪਰਮੇਸ਼ਰ ਲੈ ਸਾਡੇ ਤੇ ਇੰਨਾ ਵੱਡਾ ਦੁੱਖ ਲੈ ਆਂਦਾ। ਲੇਕਿਨ ਜਦੋਂ ਉਹਦੇ ਵਿੱਚ ਕੋਈ ਚੰਗਾ ਕੰਮ ਹੁੰਦਾ ਫਿਰ ਕਹਿੰਦੇ ਉਹ ਪ੍ਰਭੂ ਤੂੰ ਚੰਗਾ ਹੀ ਕੀਤਾ ਸੀ ਸਾਡੇ ਲਈ, ਪਰ ਸਾਨੂੰ ਨਹੀਂ ਸੀ ਪਤਾ ਵੀ ਇਸ ਕਰਕੇ ਜੋ ਹੋਇਆ ਨਾ ਚੰਗਾ ਕੀਤਾ ਤੂੰ। ਪਹਿਲਾਂ ਹੀ ਧੰਨਵਾਦ ਕਰਿਆ ਕਰੋ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਧੰਨਵਾਦ ਕਰਿਆ ਕਰੋ ਪਰਮੇਸ਼ਰ ਦਾ। ਪਰਮੇਸ਼ਰ ਜੇ ਦੁੱਖ ਦਿੰਦਾ ਤਾਂ ਉਹਦਾ ਰਾਹ ਵੀ ਦਿੰਦਾ। ਪਰਮੇਸ਼ਰ ਦਾ ਵਚਨ ਦੋ ਧਾਰੀ ਤਲਵਾਰ ਹੈ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ ਜੇ ਮੰਗੋਗੇ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋਗੇ ਤਾਂ ਪਾਓਗੇ। ਤੇ ਪਰਮੇਸ਼ਰ ਦੇ ਵਚਨ 'ਚ ਇਹ ਵੀ ਲਿਖਿਆ ਵਾ ਕਿ ਮੰਗਣ ਤੋਂ ਪਹਿਲਾਂ ਹੀ ਤੁਹਾਡਾ ਬਾਪ ਜਾਣਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਦੇਖੋ ਪਰਮੇਸ਼ਰ ਕਿੰਨਾ ਮਹਾਨ ਪਰਮੇਸ਼ਰ ਹੈ, ਸਭ ਕੁਝ ਜਾਣਦਾ, ਸਾਨੂੰ ਦੱਸਣ ਦੀ ਲੋੜ ਨਹੀਂ ਆ। ਉਹਨੂੰ ਪਹਿਲੇ ਪਤਾ ਕਿ ਮੇਰੇ ਬੇਟੇ ਬੇਟੀਆਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਪਰਮੇਸ਼ਰ ਆਸ਼ੀਸ਼ ਤੇ ਬਰਕਤ ਦਿੰਦਾ, ਲੇਕਿਨ ਸਾਡੀਆਂ ਗਲਤੀਆਂ ਹੁੰਦੀਆਂ ਜਦੋਂ ਆਪਾਂ ਪਿੱਛੇ ਹੋ ਜਾਂਦੇ ਆ ਆਸ਼ੀਸ਼ਾਂ ਤੋਂ। ਜੇ ਆਪਾਂ ਵੱਧਦੇ ਫਿਰ ਅਸੀਂ ਪਰਮੇਸ਼ਰ ਦੇ ਕੰਮਾਂ ਤੋਂ ਪਿੱਛੇ ਹੋ ਜਾਂਦੇ ਜਦੋਂ, ਤੇ ਉਹ ਜਿਹੜੀ ਆਸ਼ੀਸ਼ ਹੈ ਸਾਡੀ ਬਹੁਤ ਜ਼ਿਆਦਾ ਦੂਰ ਚਲੇ ਜਾਂਦੀ ਹੈ। ਪਰਮੇਸ਼ਰ ਦਾ ਕੋਈ ਕਸੂਰ ਨਹੀਂ, ਪਰਮੇਸ਼ਰ ਤੇ ਹਮੇਸ਼ਾ ਆਪਣੀਆਂ ਬਾਹਾਂ ਫੈਲਾ ਕੇ ਖੜਾ ਵਾ ਕਿ ਆਓ ਮੇਰੇ ਬੱਚੋ ਅਤੇ ਬਰਕਤਾਂ ਲਓ, ਤੇ ਲੇਕਿਨ ਆਪਾਂ ਜਾਂਦੇ ਹੀ ਨਹੀਂ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਇਹ ਵੀ ਲਿਖਿਆ ਆ ਕਿ ਵੱਧਦੇ ਜਾਓ। ਜੇ ਅਗਰ ਅਸੀਂ ਆਪਣੇ ਧੀਆਂ ਪੁੱਤਰਾਂ ਦਾ, ਆਪਣੇ ਬੱਚਿਆਂ ਦਾ, ਸਾਰਿਆਂ ਦਾ ਖਿਆਲ ਰੱਖਦੇ ਹਾਂ ਤਾਂ ਸਾਨੂੰ ਇੱਕ ਇੱਕ ਚੀਜ਼ ਦਾ ਪਤਾ ਹੁੰਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਚੀਜ਼ ਲੈ ਕੇ ਦੇਣੀ ਹੈ। ਜਾਨਵਰਾਂ ਦਾ ਵੀ, ਆਕਾਸ਼ ਦੇ ਪੰਛੀਆਂ ਦਾ ਵੀ, ਸਾਡਾ ਵੀ, ਹਰ ਇੱਕ ਪਸ਼ੂ ਦਾ ਹੀ, ਸਾਰਿਆਂ ਦਾ ਖਿਆਲ ਆ ਕਿ ਉਹਨਾਂ ਨੂੰ ਮੈਂ ਕਿਹੜੇ ਟਾਈਮ ਤੇ ਕੀ ਚੀਜ਼ ਦੇਣੀ। ਪਰ ਆਪਾਂ ਕਿਸੇ ਵਕਤ ਇੱਕ ਚੀਜ਼ ਤੇ ਅੜ ਜਾਂਦੇ ਆ, ਆਪਾਂ ਕਹਿੰਦੇ ਨਹੀਂ ਪ੍ਰਭੂ ਸਾਨੂੰ ਆਹ ਚੀਜ਼ ਦੇ ਹੀ ਦੇ। ਪਰ ਉਹ ਸਾਡੇ ਵਾਸਤੇ ਕਿਸੇ ਵਕਤ ਨਹੀਂ ਚੰਗੀ ਹੁੰਦੀ। ਸਾਡੇ ਮਾਂ-ਬਾਪ ਨੂੰ ਪਤਾ ਹੁੰਦਾ ਹੈ ਕਿ ਮੇਰੇ ਬੱਚੇ ਵਾਸਤੇ ਆਹ ਚੀਜ਼ ਬੈਸਟ ਆ ਕਿ ਨਹੀਂ ਬੈਸਟ ਹੈਗੀ, ਲੇਕਿਨ ਆਪਾਂ ਜਿੱਦ ਫੜ ਕੇ ਬਹਿ ਜਾਂਦੇ। ਆਪਾਂ ਕਹਿ ਦਿੰਦੇ ਪ੍ਰਭੂ ਨਹੀਂ, ਜੇ ਤੂੰ ਮੈਨੂੰ ਆਹ ਚੀਜ਼ ਨਹੀਂ ਦਿੱਤੀ ਤਾਂ ਮੈਂ ਆਹ ਕੰਮ ਨਹੀਂ ਕਰੇਗਾ। ਲੇਕਿਨ ਪਰਮੇਸ਼ਰ ਕਹਿੰਦਾ, ਕਦੀ ਵੀ ਕਹਿੰਦੇ ਕਿ ਪਰਮੇਸ਼ਰ ਦੇ ਅੱਗੇ ਸੌਦੇਬਾਜ਼ੀ ਕਰਕੇ ਨਾ ਮੰਗੋ। ਐ ਨਾ ਕਹੋ ਕਿ ਪਰਮੇਸ਼ਰ ਜੇ ਤੂੰ ਮੇਰਾ ਆਹ ਕੰਮ ਕਰੇਗਾ ਤੇ ਮੈਂ ਤੇਰੇ ਭਵਨ 'ਚ ਆਹ ਚੀਜ਼ ਲਿਆਵਾਂਗਾ, ਆਹ ਕੰਮ ਨਾ ਕਰੋ। ਕਿਉਂਕਿ ਪਰਮੇਸ਼ਰ ਐਡਾ ਵੱਡਾ ਪਰਮੇਸ਼ਰ ਜਿਹਨੇ ਜ਼ਮੀਨ ਅਸਮਾਨ ਸਭ ਕੁਝ ਸਾਨੂੰ ਬਣਾਇਆ ਵਾ, ਤੇ ਅਸੀਂ ਉਹਨੂੰ ਕੀ ਦੇ ਸਕਦੇ ਕੁਝ ਨਹੀਂ ਦੇ ਸਕਦੇ। ਸਿਰਫ ਇੱਕ ਬੋਲਣ ਦਾ ਤਰੀਕਾ ਉਹ ਹੁੰਦਾ ਵਾ ਕਿ ਜਿਹੜੇ ਦੁਸ਼ਟ ਆਤਮਾ, ਗੰਦੀਆਂ ਆਤਮਾ ਜਿਹੜੇ ਗਲਤ ਖਰਚੇ ਕਰਵਾਉਂਦੀਆਂ ਵਾ, ਉਹ ਤੋਂ ਰੋਕਦਾ ਵਾ। ਕਿਉਂਕਿ ਆਪਾਂ ਪਰਮੇਸ਼ਰ ਨੇ ਕਿਹਾ ਆਪਣੀ ਕਮਾਈ ਦੇ ਵਿੱਚੋਂ ਬੋਵੋ। ਮੰਨ ਲਓ ਤੁਹਾਡੀ ਜ਼ਮੀਨ ਆ, ਜ਼ਮੀਨ ਦੇ ਵਿੱਚ ਤੁਸੀਂ ਜਿੰਦ ਤੱਕ ਬੋਵੋਗੇ ਨਹੀਂ ਤੇ ਬੀਜ ਕਿੱਥੋਂ ਨਿਕਲੇਗਾ? ਨਹੀਂ ਨਿਕਲੇਗਾ। ਤੇ ਜਿੰਦ ਤੱਕ ਅਸੀਂ ਪਰਮੇਸ਼ਰ ਦੇ ਭਵਨ ਦੇ ਵਿੱਚ ਬੋਵਾਂਗੇ ਨਹੀਂ ਤੇ ਕਿਸ ਤਰ੍ਹਾਂ ਫਲਵੰਤ ਹੋਵਾਂਗੇ, ਕਿਸ ਤਰ੍ਹਾਂ ਆਪਣੇ ਬੰਧਨਾਂ ਨੂੰ ਤੋੜਾਂਗੇ। ਹਾਲੇਲੂਇਆ। ਦੇਖੋ ਪਰਮੇਸ਼ਰ ਤੇ ਬਹੁਤ ਮਹਾਨ ਪਰਮੇਸ਼ਰ, ਉਹਨਾਂ ਸਾਨੂੰ ਸਿੱਖਿਆ ਵੀ ਬਹੁਤ ਦਿੰਦਾ ਹੈ। ਬਾਈਬਲ ਦੇ ਵਿੱਚ ਹਰ ਇੱਕ ਸਿੱਖਿਆ ਹੈਗੀ ਹੈ। ਪਰਮੇਸ਼ਰ ਦਾ ਸੁਭਾਅ ਆ, ਆਪਾਂ ਨੂੰ ਪਤਾ ਲੱਗਦਾ ਕਿ ਪਰਮੇਸ਼ਰ ਸਾਡੇ ਕੋਲ ਕੀ ਚਾਹੁੰਦਾ ਆ ਤੇ ਕਿਸ ਤਰ੍ਹਾਂ ਆਪਾਂ ਚੱਲਣਾ ਵਾ ਪਰਮੇਸ਼ਰ ਦੇ ਵਿੱਚ। ਜੇ ਅਸੀਂ ਵਚਨ ਦੇ ਵਿੱਚ ਚੱਲਾਂਗੇ ਤੇ ਫਿਰ ਹੀ ਸਾਨੂੰ ਪਤਾ ਹੋਊਗਾ, ਨਹੀਂ ਤਾਂ ਫਿਰ ਜਿਸ ਤਰ੍ਹਾਂ ਦੁਨੀਆ ਤੋਰੀ ਫਿਰਦੀ ਆ ਉਦਾਂ ਹੀ ਤੁਰੀ ਫਿਰੋ। ਕਿਉਂਕਿ ਪਰਮੇਸ਼ਰ ਦੇ ਵਚਨ ਤੋਂ ਇਲਾਵਾ ਸਾਨੂੰ ਕੋਈ ਬਚਾ ਨਹੀਂ ਸਕਦਾ। ਜੇ ਬਚਣਾ ਤੇ ਪਰਮੇਸ਼ਰ ਦਾ ਵਚਨ ਜਿਹੜਾ ਆਪਣੇ ਅੰਦਰ ਭਰ ਲਓ। ਪਰਮੇਸ਼ਰ ਦਾ ਵਚਨ ਤੁਹਾਡੇ ਅੰਦਰ ਹੋਣਾ ਚਾਹੀਦਾ ਕਿ ਤੁਹਾਨੂੰ ਕੋਈ ਧੋਖਾ ਨਾ ਦੇ ਸਕੇ। ਅੰਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਅੰਤ ਦੇ ਸਮੇਂ ਦੇ ਵਿੱਚ ਝੂਠੇ ਨਬੀ ਵੀ ਉੱਠਣਗੇ, ਜਿਹੜੇ ਚੁਣੇ ਹੋਇਆਂ ਨੂੰ ਵੀ ਬਰਮਾ ਦੇਣਗੇ। ਤੇ ਜੇ ਤੇ ਬਰਮਾਵੇਂ ਤੋਂ ਬਚਣਾ ਚਾਹੁੰਦੇ ਹੋ ਤਾਂ ਪਰਮੇਸ਼ਰ ਦੇ ਵਚਨ ਦੇ ਧਿਆਨ ਲਾਇਆ ਕਰੋ ਕਿ ਵਚਨ ਦੇ ਵਿੱਚ ਇਹ ਚੀਜ਼ ਲਿਖੀ ਆ ਕਿ ਨਹੀਂ ਲਿਖੀ। ਇਹ ਵਚਨ ਤੋਂ ਬਾਹਰ ਤੇ ਨਹੀਂ ਗਈ, ਜਾਂ ਸਮਝਾਉਣ ਵਾਲਾ ਸਾਨੂੰ ਕੋਈ ਗਲਤ ਤੇ ਨਹੀਂ ਸਮਝਾ ਰਿਹਾ। ਮੈਂ ਹਮੇਸ਼ਾ ਜਿੱਥੇ ਮੀਟਿੰਗ ਕਰਦੀ ਹਾਂ ਮੈਂ ਉਹਨਾਂ ਨੂੰ ਇਹ ਜ਼ਰੂਰ ਕਹਿੰਦੀ ਹਾਂ ਕਿ ਦੇਖੋ ਪਰਮੇਸ਼ਰ ਦੇ ਵਚਨ ਨੂੰ ਜਾਣੋ। ਪਰਮੇਸ਼ਰ ਚਾਹੇ ਮੈਂ ਵਾਂ ਚਾਹੇ ਕੋਈ ਵੀ ਆ ਪ੍ਰਚਾਰ ਕਰ ਰਿਹਾ, ਤੁਸੀਂ ਇਹਨੂੰ ਜ਼ਰੂਰ ਚੈੱਕ ਕਰੋ ਕਿ ਦੇਖੋ ਕਿ ਪਰਮੇਸ਼ਰ ਦਾ ਵਚਨ ਸਹੀ ਤਰੀਕੇ ਨਾਲ ਪੜ੍ਹ ਰਹੇ ਆ ਜਾਂ ਕੀ ਵਿੱਚ ਹੈਗਾ ਵਾ, ਕੀ ਨਹੀਂ ਆ। ਗਲਤ ਸਿੱਖਿਆ ਨਾ ਕੋਈ ਹੋਵੇ।
ਪਰਮੇਸ਼ਰ ਦੇ ਵਚਨ 'ਚ ਸਾਫ਼ ਲਿਖਿਆ ਹੋਇਆ। ਸਹੀ ਤੇ ਜਦੋਂ ਉਹਨੇ ਸਾਨੂੰ ਲਿਖਿਆ ਹੋਇਆ ਵਾ, ਉਹਨੇ ਅਸੀਂ ਪੜ੍ਹਦੇ ਵੀ ਆ ਉਹ ਚੀਜ਼ ਨੂੰ, ਫਿਰ ਆਪਾਂ ਬਿਲਕੁਲ ਉਹ ਚੀਜ਼ ਨੂੰ ਜਾਣਦੇ ਨਹੀਂ। ਆਪਾਂ ਫਿਰ ਕਹਿ ਦਿੰਦੇ ਕੋਈ ਗੱਲ ਨਹੀਂ, ਪਰ ਕਈ ਲੋਕ ਕਹਿ ਦਿੰਦੇ ਕੋਈ ਗੱਲ ਨਹੀਂ, ਅੰਤ ਕਿੰਨੇ ਦੇਖਿਆ ਉਹ। ਹਾਲੇਲੂਇਆ, ਹਾਲੇਲੂਇਆ। ਬੜੇ ਲੋਕ ਕਹਿ ਦਿੰਦੇ ਆ ਵੀ ਅੰਤ ਕਿੰਨੇ ਦੇਖਿਆ। ਆ ਦੇਖੋ ਪਰਮੇਸ਼ਰ ਨੇ ਸਾਨੂੰ ਹਰ ਇੱਕ ਚੀਜ਼ ਦਿੱਤੀ ਆ, ਸਾਰਿਆਂ ਨੂੰ ਚੀਜ਼ ਦਿੱਤੀ ਆ ਵੀ ਸਾਨੂੰ ਹਰ ਇੱਕ ਚੀਜ਼ ਦਾ ਪਤਾ ਲੱਗੇ ਕੋਈ, ਤੇ ਲੇਕਿਨ ਆਪਾਂ ਨਾ ਸਮਝਦੇ ਨਹੀਂ ਉਹ ਚੀਜ਼ ਨੂੰ। ਆਪਾਂ ਕਹਿੰਦੇ ਕੋਈ ਗੱਲ ਨਹੀਂ ਆ, ਸਭ ਕੁਝ ਹੋ ਜਾਊਗਾ, ਲੇਕਿਨ ਨਾ ਜਿਹੜਾ ਸਮਾਂ ਆ ਰਿਹਾ ਬਹੁਤ ਮਾੜਾ ਆ। ਹਾਲੇ ਵੀ ਸਾਰਿਆਂ ਨੂੰ ਕਹਿੰਦੇ ਵੀ ਸੁਧਰ ਜੋ ਸੁਧਰ ਜੋ ਸੁਧਰ ਜੋ। ਕਿਉਂ ਕਰੋਨਾ ਦੁਬਾਰਾ ਆ ਰਿਹਾ? ਇਸੇ ਕਰਕੇ ਆ ਰਿਹਾ। ਜਦੋਂ ਕਰੋਨਾ ਆਇਆ ਸੀ ਲੋਕੀ ਕਿਦਾਂ ਬਹਿ ਬਹਿ ਕੇ ਪ੍ਰਾਰਥਨਾਵਾਂ ਕਰਦੇ ਹੀ ਨਾ, ਤੇ ਫਿਰ ਲੋਕੀ ਉਹੀ ਕੰਮਾਂ 'ਚ ਲੱਗ ਗਏ, ਫਿਰ ਪਰਮੇਸ਼ਰ ਨੂੰ ਭੁੱਲ ਗਏ। ਇਸੇ ਮਾਰੇ ਪਰਮੇਸ਼ਰ ਦਾ ਕਰੋਧ ਆਉਂਦਾ। ਲੋਕੀ ਦੁਨੀਆ ਨੂੰ ਫਿਰ ਵੀ ਸਮਝ ਨਹੀਂ ਆਉਂਦੀ ਕਿ ਪਰਮੇਸ਼ਰ ਦਾ ਕਰੋਧ